बिस्मिल्लाहिर्रहमानिर्रहीम अस्सलाम वालेकुम। मैं सिख साथियों से एक बात कहना चाहती हूँ कि आप सोचिए कि जब ननकाना साहब का इंसिडेंट हुआ और कुछ मुसलमानों ने जो भी काम किया तो आप लोगों ने सब मुसलमानों को, पाकिस्तानियों को दोषी करार देना शुरू कर दिया। अब आप एक बात देखें कि देवेंद्र सिंह का जो वाक़या पेश आया है तो एक सिख ने क्या कारनामा अंजाम दिया है जो मुसलमानों के साथ मिलकर और हिंदुओं के लिए काम करता रहा है और मुसलमानों के खिलाफ साजिशें करता रहा है। तो क्या अब हम सब सिखों को इसका जिम्मेदार ठहरा दें? बस पॉइंट टू द नोटेड। अब इस बात को आपने याद रखना है। ओके, अब आगे वीडियो देखें। हाँ जी, अस्सलाम वालेकुम, सत श्री अकाल ते नमस्कार। दंगे मातरम साथियों, सुनाओ की हाल चाल। दंगे मातरम मैं तां क्या आया क्योंकि बीजेपी दे दंगे मातरम वाला जिहड़ा राष्ट्री गीत आ वो फिर सारिਆਂ ਦੇ ਸਾਹਮਣੇ आई ਜਾਂਦਾ आ। दो की गल्लां करनियां, बालियां नहीं करनियां। एक तो हैगे DSP दविंदर सिंह, वो फड़े गए आ। दूजे हैगे आ साडे आर्मी चीफ। आर्मी चीफ नूं आ थोड़े 4 दिनां दे विच ही ना रंग चढ़ गया बीजेपी दा ते ਉਹ ਸਵੇਰੇ ਸ਼ਾਮ ਹੁਣ ਇਹੀ ਕਹਿੰਦੇ ਪਏ ਆ ਵੀ ਅਸੀਂ ਵੀ ਜਦੋਂ ਸਾਨੂੰ ਮੋਦੀ ਸਾਹਿਬ ਵੱਲੋਂ ਹੁਕਮ ਹੋਊਗਾ ਵੀ ਅਸੀਂ ਜਿਹੜਾ ਆਜ਼ਾਦ ਕਸ਼ਮੀਰ ਆ ਵੀ ਉਹ ਅਸੀਂ ਐ ਚੱਕ ਲੈਣਾ ਆ ਵੀ ਜਿਵੇਂ ਬਾਹਮਣ ਕਿਸੇ ਦੇ ਘਰ ਜਾ ਕੇ ਖੀਰ ਵਾਲੀ ਕੌਲੀ ਚੱਕਦਾ ਆ ਨਾ, ਹਾਂ ਵੀ ਇਹ ਹਿਸਾਬ ਕਿਤਾਬ ਆ ਵੀ ਅਸੀਂ ਤਾਂ ਐਂ ਹੀ ਚੱਕ ਲੈਣਾ ਆ। ਤੇ ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਤੇ ਮੈਨੂੰ ਤਾਂ ਇਹ ਡਰ ਸੀ ਵੀ ਕਿਤੇ ਧਰਨਾ ਨਾ ਲਾਉਣ ਲੱਗ ਪਵੇ, ਕਿਤੇ ਰੌਲਾ ਨਾ ਪਾਉਣ ਲੱਗ ਪਵੇ ਵੀ ਸਾਡਾ ਰੋਟੀ ਪਾਣੀ ਤਾਂ ਪੂਰਾ ਨਹੀਂ ਹੁੰਦਾ ਤੇ ਤੁਸੀਂ ਕਹਿੰਦੇ ਪਏ ਆ ਵੀ ਅਸੀਂ ਆਜ਼ਾਦ ਕਸ਼ਮੀਰ ਖੋਣਾ ਆ। ਤੇ ਉਹ ਟੀਵੀ ਸਟੇਸ਼ਨਾਂ ਦੇ ਉੱਤੇ ਆ ਜਿੰਨੇ ਟੀਵੀ ਚੈਨਲ ਆ ਸਾਰਿਆਂ ਦੇ ਉੱਤੇ ਹੁਣ ਜਿੰਨੇ ਵੀ ਹੈਗੇ ਆ ਪੈਨਲਿਸਟ ਉਹ ਆ ਕੇ ਬਹੁਤ ਇੱਕ ਲਫ਼ਜ਼ ਯੂਜ਼ ਕਰਦੇ ਪਏ ਆ ਵੀ ਜਿਹੜੀ ਇਹ ਗਵਰਨਮੈਂਟ ਆ ਨਾ ਇੱਛਾ ਸ਼ਕਤੀ ਬਹੁਤ ਆ ਇਹਨਾਂ ਦੇ ਵਿੱਚ। ਤੇ ਇਸ ਇੱਛਾ ਸ਼ਕਤੀ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਮੁਲਕ ਨੂੰ ਟੁਕੜਿਆਂ ਵੱਲ ਧੱਕਣ ਦੀਆਂ ਤਿਆਰੀਆਂ ਕਰ ਲੀਆਂ ਆ। ਜਿਹੋ ਜਿਹਾ ਸਿਸਟਮ ਬਣਿਆ ਪਿਆ ਆ ਬਿਨਾਂ ਗੱਲ ਤੋਂ ਫੂਕ ਛਕਾ ਕੇ ਮੋਦੀ ਤੇ ਸ਼ਾਹ ਨੂੰ ਮੁਲਕ ਦਾ ਬੇੜਾ ਗਰਕ ਕਰਨ ਵਾਲੇ ਰਾਹ ਤੇ ਤੋਰ ਦਿੱਤਾ ਆ। ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮੁਲਕ ਇਕੱਠਾ ਇਸ ਕਰਕੇ ਆ ਵੀ ਅਸੀਂ ਇੱਕ ਦੂਜੇ ਦੇ ਰਿਸ਼ਤੇਦਾਰ ਨਹੀਂ, ਇਸ ਕਰਕੇ ਨਹੀਂ ਇਕੱਠਾ ਵੀ ਅਸੀਂ ਇੱਕ ਦੂਜੇ ਦੇ ਰਿਸ਼ਤੇਦਾਰ ਆ। ਅਸੀਂ ਵੱਖੋ ਵੱਖਰੀਆਂ ਕਮਿਊਨਿਟੀਆਂ ਆ, ਵੱਖੋ ਵੱਖਰੇ ਧਰਮ ਆ, ਵੱਖੋ ਵੱਖਰੀਆਂ ਬੋਲੀਆਂ ਆ। ਸਾਨੂੰ ਇੱਕ ਚੀਜ਼ ਇਕੱਠੀ ਕਰਦੀ ਆ, ਉਹ ਆ ਕਨਸਟੀਟਿਊਸ਼ਨ ਆ, ਸੰਵਿਧਾਨ। ਤੇ ਉਹਨੂੰ ਬੀਜੇਪੀ ਫਾਲੋ ਨਹੀਂ ਕਰਦੀ ਪਈ, ਉਹਨੂੰ ਬੀਜੇਪੀ ਤੋੜ ਭੰਨ ਕਰਦੀ ਪਈ ਆ। ਤੇ ਇਹ ਸੁਪਨੇ ਲੈਂਦੇ ਪਏ ਆ ਵੀ ਖਰੇ ਮੁਲਕ ਐਵੇਂ ਇਕੱਠਾ ਰਹਿ ਜਾਊਗਾ। ਚਲੋ ਇਹ ਤਾਂ ਟਾਈਮ ਦੱਸੂਗਾ ਵੀ ਕੀ ਬਣੂਗਾ। ਕੁੱਲ ਮਿਲਾ ਕੇ ਹਾਲਾਤ ਇਹ ਆ ਵੀ ਜੇ ਇਹ ਹਿਸਾਬ ਕਿਤਾਬ ਰਿਹਾ ਤੇ ਅਸੀਂ ਆਉਣ ਵਾਲੇ 6 ਮਹੀਨੇ ਸਾਲ ਦੇ ਵਿੱਚ ਸਿਵਲ ਵਾਰ ਵਾਲੇ ਪਾਸੇ ਅਸੀਂ ਜਾਵਾਂਗੇ। ਜਿੰਨੀ ਨਫ਼ਰਤ ਬੀਜੇਪੀ RSS ਤੇ ਇਹਨਾਂ ਦੇ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਆ ਇਹਨਾਂ ਨੇ ਲੋਕਾਂ ਦੇ ਵਿੱਚ ਜਿਹੋ ਜੀ ਨਫ਼ਰਤ ਭਰ ਦਿੱਤੀ ਆ। ਤੁਸੀਂ ਵੇਖ ਲਓ JNU ਦੇ ਵਿੱਚ ਅਟੈਕ ਹੋਇਆ ਤੇ ਜਿਹੜੇ ਹਿੰਦੂ ਰਕਸ਼ਾ ਦਲ ਵਾਲੇ ਆ ਉਹ ਉਹਦੀ ਜ਼ਿੰਮੇਵਾਰੀ ਲੈਂਦੇ ਪਏ ਆ ਤੇ ਉਹਨੂੰ ਕੋਈ ਫੜਨ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਇੱਥੋਂ ਤੱਕ ਹਾਲਾਤ ਪਹੁੰਚ ਗਿਆ ਵੀ ਇੱਕ ਬੰਦਾ ਸ਼ਰੇਆਮ ਕਹਿੰਦਾ ਪਿਆ ਆ ਵੀ ਅਸੀਂ ਕਿਸੇ ਦਾ ਸਿਰ ਪਾੜਿਆ ਆ, ਉਹਨਾਂ ਦੀਆਂ ਬਾਹਾਂ ਭੰਨੀਆਂ ਆ, ਜ਼ਖਮੀ ਕੀਤਾ ਆ ਤੇ ਉਹਨੂੰ ਕੋਈ ਫੜਨ ਵਾਲਾ ਨਹੀਂ। ਤੇ ਦੂਜੇ ਹੋ ਗਏ DSP ਦਵਿੰਦਰ ਸਿੰਘ। DSP ਦਵਿੰਦਰ ਸਿੰਘ ਇੱਕ ਬੀਜੇਪੀ ਦਾ ਮੈਂ ਇਹ ਹਿਸਾਬ ਕਿਤਾਬ ਲਾਇਆ ਵੀ ਬੀਜੇਪੀ ਨਾ ਵੀ ਮੁਲਕ ਦੇ ਵਿੱਚ ਹਾਲਾਤ ਉਦੋਂ ਖਰਾਬ ਹੁੰਦੇ ਆ ਕੋਈ ਬੰਬ ਧਮਾਕਾ ਹੁੰਦਾ ਆ ਜਾਂ ਜਿਵੇਂ ਪੁਲਵਾਮਾ ਦੇ ਵਿੱਚ ਉਹ ਜਿਹੜੇ 40-45 CRPF ਦੇ ਜਵਾਨ ਮਰੇ ਸੀ ਉਦੋਂ ਵੀ ਇਲੈਕਸ਼ਨ ਸੀ, ਹੁਣ ਫਿਰ ਦਿੱਲੀ ਦੇ ਵਿੱਚ ਇਲੈਕਸ਼ਨ ਆ। ਤੇ ਇਹਨਾਂ ਦਾ ਮੋਸਟਲੀ ਇਹ ਸਿਸਟਮ ਇਹ ਉਦੋਂ ਬਣਾਉਂਦੇ ਆ ਜਦੋਂ ਮੁਲਕ ਦੇ ਵਿੱਚ ਕਿਤੇ ਇਲੈਕਸ਼ਨ ਹੋਵੇ। ਹੁਣ ਦਿੱਲੀ ਦੇ ਵਿੱਚ ਇਲੈਕਸ਼ਨ ਆ ਤੇ ਉਹ ਜਿਹੜੇ DSP ਦਵਿੰਦਰ ਸਿੰਘ ਸੀ ਉਹਨੂੰ ਨਾਲ 2 ਜਣਿਆਂ ਨੂੰ 3 ਜਣਿਆਂ ਨੂੰ ਭਾ ਕੇ ਕਹਿੰਦੇ ਜੀ ਉਹ ਹਿਜਬੁਲ ਮੁਜਾਹਿਦੀਨ ਦੇ ਹੈਗੇ ਸੀ ਟੈਰਰਿਸਟ ਤੇ ਉਹਨਾਂ ਨੂੰ ਉਹ ਮਤਲਬ ਦਿੱਲੀ ਵਾਲੇ ਪਾਸੇ ਜਾਂ ਜੰਮੂ ਤੋਂ ਗਾਂ ਉਹਨਾਂ ਨੂੰ ਅੱਗੇ ਕੱਢਣ ਦੀ ਤਿਆਰੀ ਕਰਦੇ ਪਏ ਸੀ। ਤੇ ਇਹ DSP ਸਾਹਿਬ ਆ ਜਿਹੜੇ ਇਹਨਾਂ ਦੇ ਪਹਿਲਾਂ ਵੀ ਬੜੇ ਜ਼ਬਰਦਸਤ ਕਾਰਨਾਮੇ ਆ। ਹੁਣ ਕਈਆਂ ਨੂੰ ਇਹ ਗੱਲ ਬੜੀ ਦੁਖਣੀ ਆ ਜਿਹੜੇ ਮੇਰੇ ਸੁਪਰ ਪਾਵਰ ਦੇ ਬਸ਼ਿੰਦੇ ਆ, ਸੁਪਰ ਪਾਵਰ ਇੰਡੀਆ ਵਾਲੇ, ਇਹਨਾਂ ਨੂੰ ਮੇਰੀ ਗੱਲ ਤਾਂ ਐ ਰੜਕਣੀ ਆ ਵੀ ਹੁਣ ਮੈਂ ਉਸ ਚੀਜ਼ ਦਾ ਨਾਂ ਨਹੀਂ ਲੈਣਾ ਵੀ ਅਫਜ਼ਲ ਗੁਰੂ ਸੀ ਨਾ ਜਿਹੜਾ ਜਦੋਂ ਪਾਰਲੀਮੈਂਟ ਤੇ ਅਟੈਕ ਹੋਇਆ ਸੀ ਤੇ ਉਹਦੇ ਵਿੱਚ ਉਹਨੂੰ ਦੋਸ਼ੀ ਬਣਾ ਕੇ ਫਾਂਸੀ ਦਿੱਤੀ ਗਈ ਸੀ।
ਅਫਜ਼ਲ ਗੁਰੂ ਨੇ ਆਪਦੇ ਵਕੀਲ ਦੇ ਰਾਹੀਂ ਲੈਟਰ ਲਿਖ ਕੇ ਘੱਲੀ ਸੀ ਤੇ ਉਦੋਂ ਦੇ ਮੈਗਜ਼ੀਨਾਂ ਦੇ ਵਿੱਚ ਵੀ ਛਪੀ ਸੀ ਤੇ ਉਹਨੇ ਇਸੇ ਡੀਐਸਪੀ ਦਵਿੰਦਰ ਸਿੰਘ ਦਾ ਨਾਮ ਲਿਆ ਸੀ ਵੀ ਭਾਈ ਇਹਨੇ ਮੈਨੂੰ ਫੜ ਕੇ ਇੰਟਰੋਗੇਟ ਕੀਤਾ। ਬਾਅਦ ਦੇ ਵਿੱਚ ਇਹਨੇ ਮੈਨੂੰ ਕਿਹਾ ਵੀ ਕੋਈ ਮੁਹੰਮਦ ਨਾਂ ਦਾ ਬੰਦਾ ਆ ਤੇ ਉਹਨੂੰ ਦਿੱਲੀ ਦੇ ਵਿੱਚ ਤੂੰ ਘਰ ਦਾ ਪ੍ਰਬੰਧ ਕਰਕੇ ਦੇਣਾ ਆ ਤੇ ਕਾਰ ਖਰੀਦ ਕੇ ਦੇਣੀ ਆ। ਉਹ ਬੰਦੇ ਇਨਵੋਲਵ ਸੀ ਪਾਰਲੀਮੈਂਟ ਅਟੈਕ ਦੇ ਵਿੱਚ ਤੇ ਇਹਦਾ ਬੈਕਗ੍ਰਾਉਂਡ ਇਹ ਆ। ਤੇ ਜਿਹੜਾ ਵਿਚਾਰਾ ਅਫਜ਼ਲ ਗੁਰੂ ਸੀ, ਹੁਣ ਜਿਹੜੀ ਗੱਲ ਤੋਂ ਇਹਨਾਂ ਨੂੰ ਦੁੱਖ ਹੋਣਾ ਆ, ਜਿਹੜੀ ਗੱਲ ਮੈਂ ਕਹਿਣੀ ਆ, ਅਫਜ਼ਲ ਗੁਰੂ ਬਿਲਕੁਲ ਬੇਕਸੂਰ ਸੀ ਤੇ ਮੋਸਟਲੀ ਮੈਂ ਵੇਖਿਆ ਆ ਵੀ ਇੰਡੀਅਨ ਫੋਰਸਾਂ ਟਾਰਗੇਟ ਉਹਨੂੰ ਕਰਦੀਆਂ ਆ ਜਿਹੜੇ ਪੜ੍ਹੇ ਲਿਖੇ ਮੁਸਲਮਾਨ ਆ ਕਸ਼ਮੀਰ ਦੇ ਵਿੱਚ। ਤੇ ਅਫਜ਼ਲ ਗੁਰੂ ਪ੍ਰੋਫੈਸਰ ਸੀ, ਪੜ੍ਹਿਆ ਲਿਖਿਆ ਸੀ, ਉਹਨੂੰ ਧੱਕੇ ਨਾਲ ਉਸ ਚੀਜ਼ ਦੇ ਵਿੱਚ ਇਨਵੋਲਵ ਕੀਤਾ ਗਿਆ ਤੇ ਉਹਨੂੰ ਫਸਾ ਦਿੱਤਾ। ਕੋਈ ਉਹਦੇ ਤੇ ਦੋਸ਼ ਨਹੀਂ ਸਾਬਤ ਹੋਇਆ, ਫਿਰ ਵੀ ਉਹਨੂੰ ਫਾਂਸੀ ਹੋਈ। ਤੇ ਇਹ ਜਿਹੜੇ ਬੀਜੇਪੀ ਦੇ ਸਪੋਰਟਰ ਆ ਇਹ ਅਜੇ ਵੀ ਅਫਜ਼ਲ ਗੁਰੂ ਨੂੰ ਮਤਲਬ ਵਿਲਨ ਮੰਨਦੇ ਆ। ਤੇ ਚਲੋ ਇਹ ਸਾਰਾ ਕੁਝ ਹੋ ਗਿਆ। ਹੁਣ ਵੀ ਇਹ ਜਿਹੜਾ ਹੈਗਾ ਆ ਦਵਿੰਦਰ ਸਿੰਘ, ਇਹਨੂੰ ਜੰਮੂ 에ਅਰਪੋਰਟ ਦੇ ਉੱਤੇ ਇਹਦੀ ਡਿਊਟੀ ਸੀ, ਫਿਰ ਇਹਨੂੰ ਵੀ ਅਵਾਰਡ ਵੀ ਮਿਲਿਆ ਪਿੱਛੇ ਜਿਹਾ। ਤੇ ਜਾਣੀ ਕਿ ਇਹ ਬੰਦਾ ਬਿਲਕੁਲ ਬਦਨਾਮ ਸੀ। ਇਹ ਫੜਿਆ ਕਿਉਂ ਗਿਆ ਆ? ਜਾਂ ਤਾਂ ਇਹਨਾਂ ਦੇ ਮਹਿਕਮੇ ਦੇ ਵਿੱਚ ਕੋਈ ਆਪਸ ਦੇ ਵਿੱਚ ਅਣਬਣ ਸੀ ਵੀ ਕਿਸੇ ਅਫਸਰ ਨੇ ਫਸਾ ਦਿੱਤਾ, ਤੇ ਜਾਂ ਉਹ ਗੱਲ ਹੋਈ ਆ ਵੀ ਕੁਛ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਸੀ ਉਹਨਾਂ ਦੇ ਵਿੱਚ ਤਾਲਮੇਲ ਦੀ ਕਮੀ ਕਰਕੇ ਵੀ ਇਹ ਕੰਮ ਸਿਰੇ ਨਹੀਂ ਚੜਿਆ। ਬੰਦੇ ਉਹਨਾਂ ਨੇ ਕਿਤੇ ਪਹੁੰਚਾਉਣੇ ਸੀ ਪਰ ਜਿਹੜੀ ਲੋਕਲ ਪੁਲਿਸ ਸੀ ਜਾਂ ਲੋਕਲ ਅਫਸਰ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਤੇ ਉਹਨਾਂ ਨੇ ਫੜ ਲਏ। ਤੇ ਜਾਂ ਕੋਈ ਆਪਸ ਦੇ ਵਿੱਚ ਇਹਨਾਂ ਦੇ ਮਹਿਕਮੇ ਦੇ ਵਿੱਚ ਹੀ ਕੋਈ ਖੁੰਦਕ ਹੋਊਗੀ। ਮੋਸਟਲੀ ਇਹ ਆ ਵੀ ਜਿਹੜਾ ਯੂਥ ਆ ਕਸ਼ਮੀਰ ਦਾ ਉਹਨੂੰ ਵੀ ਵੇਖਣਾ ਸੋਚਣਾ ਚਾਹੀਦਾ। ਤੁਸੀਂ ਵੇਖੋ ਕਿਹੋ ਜਿਹੇ ਬੰਦੇ ਆ ਜਿਹੜੇ ਤੁਹਾਡੇ ਨਾਂ ਤੇ ਲੜਦੇ ਪਏ ਆ ਤੇ ਉਹ ਇਹੋ ਜਿਹੇ ਅਫਸਰਾਂ ਦੇ ਕੰਟੈਕਟ ਦੇ ਵਿੱਚ ਆ, ਕਿਉਂਕਿ ਜਿਹੜਾ ਇਹ ਡੀਐਸਪੀ ਆ ਇਹ ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ ਗੀ। ਜਿਹੋ ਜਿਹੇ ਅਹੁਦਿਆਂ ਤੇ ਰਿਹਾ ਆ ਨਾ, ਰਾ ਨਾਲ ਆਈਬੀ ਨਾਲ ਇਹ ਬੰਦਿਆਂ ਦਾ ਸਿੱਧਾ ਤਲਕਾਤ ਹੁੰਦਾ ਆ। ਤੇ ਇੰਡੀਅਨ ਚੈਨਲਾਂ ਦੇ ਤਾਂ ਉਦਣ ਦੇ ਮੂੰਹ ਸੀਤੇ ਗਏ ਆ, ਬਿਲਕੁਲ ਕੋਈ ਗੱਲ ਹੀ ਨਹੀਂ ਕਰਦਾ ਪਿਆ ਇਸ ਮੁੱਦੇ ਦੇ ਉੱਤੇ, ਕੋਈ ਬੋਲਦਾ ਹੀ ਨਹੀਂ ਪਿਆ। ਉਹ ਹੋਰ ਖਬਰਾਂ ਚਲਾਉਂਦੇ ਪਏ ਆ। ਪਹਿਲਾਂ 4-5 ਦਿਨ ਜਦੋਂ ਉਹ ਜਨਰਲ ਸੁਲੇਮਾਨੀ ਮਰਿਆ ਤੇ ਇਹਨਾਂ ਨੇ ਵਰਲਡ ਵਾਰ ਵਾਲਾ ਸਿਸਟਮ ਬਣਾ ਛੱਡਿਆ ਵੀ ਵਰਲਡ ਵਾਰ ਲੱਗਣੀ ਆ, ਤੇ ਹੁਣ ਉਹ JNU ਵਾਲਾ ਚੱਲਦਾ ਪਿਆ ਆ। ਜਾਣੀ ਕੁੱਲ ਮਿਲਾ ਕੇ ਇਹ ਆ ਵੀ ਜਿਹੜੀ ਗੱਲ ਤੋਂ ਪਾਕਿਸਤਾਨ ਨੂੰ ਬਦਨਾਮ ਕਰਦੇ ਆ, ਹੁਣ ਤੱਕ ਦੀਆਂ ਜਿਹੋ ਜੀਆਂ ਇਹਨਾਂ ਦੀਆਂ ਮਤਲਬ ਪਾਲਿਸੀਆਂ ਵੇਖਿਆ ਗਿਆ, ਮੈਨੂੰ ਨਹੀਂ ਲੱਗਦਾ ਵੀ ਕੋਈ ਪਾਕਿਸਤਾਨ ਨੇ ਡਿਸਟਰਬੈਂਸ ਕੀਤੀ ਹੋਊਗੀ ਇੰਡੀਆ ਦੇ ਵਿੱਚ। ਇਹ ਆਪ ਹੀ ਕਰਦੇ ਆ, ਖਾਸ ਕਰਕੇ ਜਦੋਂ ਬੀਜੇਪੀ ਦੀ ਗਵਰਨਮੈਂਟ ਹੁੰਦੀ ਆ ਉਦੋਂ ਤੁਸੀਂ ਵੇਖੋ ਹਮੇਸ਼ਾ ਜ਼ਿਆਦਾ ਹੀ ਰੌਲੇ ਪੈਣਗੇ, ਬੰਬ ਧਮਾਕੇ ਹੋਣਗੇ, ਬੰਦੇ ਜ਼ਿਆਦਾ ਮਾਰੇ ਜਾਣਗੇ। ਤੇ ਬਾਕੀ ਸੱਜੇ ਬਾਂਹ ਆ ਅਜੀਤ ਡੋਵਲ, ਜਿਹੜੇ ਆਪਦੇ ਆਪ ਨੂੰ ਦੁਨੀਆ ਦਾ ਸਭ ਤੋਂ ਘੈਂਟ ਸਿਪਾਹੀ ਮੰਨਦੇ ਆ ਤੇ ਉਹ ਇਹੋ ਜਿਹੇ ਕੰਮ ਕਰਨ ਦੇ ਵਿੱਚ ਮਾਹਰ ਆ। ਉਹਨਾਂ ਨੇ ਬੜੀ ਜ਼ਿਆਦਾ ਸਪੋਰਟ ਕੀਤੀ ਆ ਬੀਜੇਪੀ ਗਵਰਨਮੈਂਟ ਦੀ। ਕਿਵੇਂ ਜਾ ਕੇ ਉਹ ਜੰਮੂ ਦੇ ਵਿੱਚ ਬਿਰਿਆਨੀਆਂ ਖਾਂਦੇ ਰਹੇ ਆ ਤੇ ਆਮ ਲੋਕਾਂ ਨੂੰ ਮਿਲਦੇ ਰਹੇ ਆ ਤੇ ਨੈਸ਼ਨਲ ਟੀਵੀ ਦੇ ਉੱਤੇ ਚੱਲਦਾ ਰਿਹਾ ਆ ਵੀ ਭਾਈ ਨਹੀਂ, ਕਸ਼ਮੀਰ ਦੇ ਵਿੱਚ ਸਾਰਾ ਕੁਝ ਠੀਕ ਆ। ਪਰ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਜ਼ਿਆਦਾ ਮਾਹੌਲ ਚੇਂਜ ਹੋਊਗਾ, ਕਿਉਂਕਿ ਗਵਰਨਮੈਂਟ ਵੀ ਹੁਣ ਪ੍ਰੈਸ਼ਰ ਦੇ ਵਿੱਚ ਆ ਤੇ ਮੁਲਕ ਦੇ ਵਿੱਚ ਹਾਲਾਤ ਦਿਨੋਂ ਦਿਨ ਖਰਾਬ ਹੋ ਰਹੇ ਆ। ਸਟੂਡੈਂਟਸ ਆ ਜਿਹੜੇ ਉਹ ਵੀ ਬਾਹਰ ਆ ਰਹੇ ਆ, ਆਮ ਲੋਕ ਵੀ। ਤੇ ਬਾਕੀ ਰੱਬ ਸੁੱਖ ਰੱਖੇ। ਜਿਹੜੀ ਚੀਜ਼ ਇਸ ਮੁਲਕ ਨੂੰ ਇੱਕ ਮੁਲਕ ਬਣਾਉਂਦੀ ਸੀ, ਜਦੋਂ ਗਵਰਨਮੈਂਟ ਉਹਨੂੰ ਹੀ ਨਾ ਫਾਲੋ ਕਰੂਗੀ ਤੇ ਇਹ ਮੁਲਕ ਕਿੰਨਾ ਚਿਰ ਰਹੂਗਾ। ਬਾਕੀ ਜੈ ਭਾਰਤ ਤੇ ਜੈ ਭੀਮ, ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਜੈ ਮਾਤਾ ਦੀ, ਲੱਗ ਜਾਂਦਾ ਆ ਪਤਾ ਵੀ ਇਹ ਜੈ ਮਾਤਾ ਦੀ, ਜੈ ਭੀਮ ਤੇ ਜੈ ਭਾਰਤ ਕਿੰਨਾ ਚਿਰ ਚੱਲਦਾ ਆ। ਪਰ ਮੈਨੂੰ ਲੱਗਦਾ ਆ ਵੀ ਇਹ ਕੰਮ ਖੱਖੜੀਆਂ ਕਰੇਲੇ ਛੇਤੀ ਹੋ ਜਾਣਾ ਆ, ਕਿਉਂਕਿ ਜਿਹੜੇ RSS ਵਾਲੇ ਆ ਉਹਨਾਂ ਨੂੰ ਵੀ ਪਤਾ ਆ ਵੀ ਇਹ ਲਾਸਟ ਚਾਂਸ ਆ, ਵੀ ਜੇ ਹੁਣ ਉਹ ਜੋ ਕੁਝ ਵੀ ਕਰ ਸਕਦੇ ਆ ਉਹਨਾਂ ਨੇ ਕਰਨਾ ਆ। ਤੇ ਬਾਕੀ ਵੇਖਦੇ ਆ ਜੀ, ਜਿਉਂਦੇ ਵਸਦੇ ਰਹੋ, ਰੱਬ ਰੱਖਾ, ਫਿਰ ਮਿਲਾਂਗੇ।